अगम है, जिसे अंदर हरि उर धारिया। सतगुर नूं अपड़ कोई ना सकई, जिस वल सिरजनहारिया। सतगुर का खड़ग संजो हर भगत है, जित काल कंटक मार विडारिया। सतगुर का रखनहारा हरिया प्रभ है, सतगुर के पिछे हर सब उबारिया। जो मंदा चित वै पूरै सतगुर का, सोया पियो पावन हारे मारिया। एह गल होवै हर दरगह सच्चे की, जन नानक अगम विचार। पौड़ी सच सुतिया जिन्नी अराध्या, जा उठे तां सच चवै। सिर विरलै जुग न जानिए, जो गुरमुख सच रवै। हों बलहारी तिनको, जे अनदिन सच लवे। जिन मन तन सच्चा पावंदा, से सच्ची दरगह गवै। जन नानक बोले सच नाम, सच सच्चा सदा नवै। फिरत फिरत प्रभ आया, परिया तो सरना। नानक की प्रभ बिनती, नानक की प्रभ बिनती। अपनी भक्ति ज़हर ज़हूर हाजरा हजूर, सर्व कला भरपूर समर्थ गुरु। लोक परलोक दे रखे भगत वशल ज्ञान दे सागर। भगतां गुरुआं भट्टां सिखां दी जोत, धन धन श्री गुरु ग्रंथ साहिब महाराज जी दी पावन पवित्र गोद दे विच गुरु शब्द दे नाल जुड़ बैठी देश प्रदेश जुड़ रही साध संगत। सतगुरु जी की अपार बख्शिश होई है। अमृत वेला सच नाम वड्याई विचार। कलयुग के इस भयानक समय दे विचों समा दिता है महाराज जी। जिवें किसी नूं समा दे दिता जांदा, लै बई इन्ना समा तैनूं दिता, इस समय दे विच जो करना कर लै। गुरु महाराज जी ने जिहड़ी एक छोटी जी जिंदगी है, एक साडा एक समा, ये सानू समा महाराज जी ने दिता है भी भाई इस समय दे विच जे तू कुछ कर सकदा है ते कर लै। करन दा मतलब की है, करते असीं सब कुछ रहे हैं, कुछ ना कुछ कर रहे हैं। फिर गुरु महाराज जी की सानू दसदे ने भी की करना चाहिए। वैसे एक गल महाराज जी ने बड़ी क्लीयर कर दी है कि अवर काज तेरे किते न काम,
ਨਿਰਸਾਦ ਸਰਦ ਪਦ ਕੇਵਲ ਨਾਮ। ਇਸ ਦਾ ਇਹ ਮਤਲਬ ਨਹੀਂ ਕੱਢਣਾ ਵੀ ਕਾਰਜ ਨਹੀਂ ਕਰਨੇ। ਇਸ ਦਾ ਇਹ ਮਤਲਬ ਨਹੀਂ ਜੌਬ ਨਹੀਂ ਕਰਨੀ, ਕਿਰਤ ਨਹੀਂ ਕਰਨੀ। ਮਤਲਬ ਇਹ ਹੈ ਜਿਹੜੇ ਸੰਸਾਰ ਦੇ ਕਾਰ ਵਿਹਾਰ ਇਹ ਸਾਡੇ ਫਰਜ਼ਾਂ ਵਿੱਚ ਹੀ ਚਲੇ ਜਾਂਦੇ ਆ। ਧਿਆਨ ਦੇਣਾ, ਮੈਂ ਜੌਬ ਕਰਕੇ ਜੋ ਕਮਾ ਰਿਹਾ ਨਾ, ਜਿੰਨੇ ਪੈਸੇ ਇਕੱਠੇ ਕਰ ਰਹੇ ਹਾਂ, ਬੱਚਿਆਂ ਨੂੰ ਐਜੂਕੇਸ਼ਨ ਦਿੱਤੀ, ਬੱਚਿਆਂ ਦੀ ਪਰਵਰਿਸ਼ ਕੀਤੀ, ਉਹਨਾਂ ਦੀਆਂ ਵਿਆਹ ਸ਼ਾਦੀਆਂ ਕੀਤੀਆਂ, ਉਹਨਾਂ ਨੂੰ ਸੈੱਟ ਕੀਤਾ, ਇਹ ਕਾਰ ਵਿਹਾਰ ਦੇ ਰੂਪ ਦੇ ਵਿੱਚ ਇੱਕ ਫਰਜ਼ ਦੇ ਰੂਪ ਵਿੱਚ ਅਸੀਂ ਅਦਾ ਕਰ ਰਹੇ ਹਾਂ। ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਵੱਡੀ ਗੱਲ ਤਾਂ ਹੈਗੀ ਹੈ, ਪਰ ਬਹੁਤੀ ਵੱਡੀ ਨਹੀਂ, ਕਿਉਂਕਿ ਫਰਜ਼ ਨਿਭਾਉਣੇ ਇਸ ਦਾ ਫਰਜ਼। ਮੈਂ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ, ਇਹ ਫਰਜ਼ ਜਿਹੜੇ ਨੇ, ਜਿਹੜੇ ਹੋਰ ਦੁਨੀਆਂ ਦੇ ਵਿੱਚ ਉਹ ਵੀ ਨਿਭਾ ਰਹੇ। ਮਾਂ ਆਪਣੇ ਛੋਟੇ ਜਿਹੇ ਬੱਚੇ ਨੂੰ ਪਾਲਦੀ ਹੈ, ਦੁੱਧ ਪਿਆਉਂਦੀ ਹੈ, ਤੇ ਜਾਨਵਰ ਪਸ਼ੂ ਪੰਛੀ ਵੀ ਇਸੇ ਤਰ੍ਹਾਂ ਪਾਲਦੇ। ਜਿੰਨਾ ਮੋਹ ਮਮਤਾ ਸਾਡੇ ਪੇਰੈਂਟਸ ਦੀ ਸਾਡੇ ਪ੍ਰਤੀ ਹੁੰਦੀ ਹੈ, ਇਸੇ ਤਰ੍ਹਾਂ ਪਸ਼ੂ ਪੰਛੀਆਂ ਜਾਨਵਰਾਂ ਦੀ ਵੀ ਹੁੰਦੀ ਹੈ। ਸੋ ਜੋ ਜ਼ਿੰਦਗੀ ਦੇ ਵਿੱਚ ਅਸੀਂ ਕਰ ਰਹੇ ਹਾਂ, ਇਹ ਫਰਜ਼ ਜਿਹੜੇ ਨੇ ਉਹ ਨਿਭਾ ਰਹੇ ਹਾਂ। ਬਹੁਤ ਅੱਛੀ ਗੱਲ ਹੈ, ਬੜਾ ਰੱਬ ਖੁਸ਼ ਵੀ ਹੁੰਦਾ। ਇਸ ਤੋਂ ਬਾਅਦ ਹੁੰਦਾ ਪਰਉਪਕਾਰ, ਭਲਾ, ਪੁੰਨ, ਦਾਨ, ਦਇਆ, ਨਾਮ, ਭਜਨ, ਸੇਵਾ, ਸਿਮਰਨ, ਬੰਦਗੀ। ਜੇ ਏਦਾਂ ਦੀ ਅਸੀਂ ਗੱਲ ਕਰੀਏ, ਇਹ ਸਬਜੈਕਟ ਦੇ ਸਾਨੂੰ ਮਾਸਟਰਾਂ ਨੇ ਵੀ ਬਹੁਤਾ ਨਹੀਂ ਸੀ ਪੜ੍ਹਾਇਆ, ਸਾਡੇ ਟੀਚਰ ਸਾਹਿਬਾਨ ਨੇ ਵੀ। ਸਾਨੂੰ ਹਿੰਦੀ, ਪੰਜਾਬੀ, ਸਮਾਜਿਕ ਸਿੱਖਿਆ, ਕੈਮਿਸਟਰੀ, ਫਿਜ਼ਿਕਸ, ਕਾਮਰਸ, ਬਾਇਓਲੋਜੀ, ਮੈਥ, ਇਹ ਤੇ ਸਾਰਿਆਂ ਨੇ ਪੜ੍ਹਾਇਆ। ਵੈਸੇ ਇੱਕ ਵਿਸ਼ਾ ਧਾਰਮਿਕ ਦਾ ਵੀ ਕੁਝ ਸਮੇਂ ਤੋਂ ਚੱਲਿਆ ਜਾਂ ਅੱਜ ਵੀ ਚੱਲ ਰਿਹਾ ਹੈ, ਪਰ ਉਹਦੇ ਵਿੱਚ ਇੰਨਾ ਇੰਟਰਸਟ ਨਹੀਂ ਦਿੱਤਾ ਜਾਂਦਾ। ਕੋਈ ਗੱਲ ਨਹੀਂ, ਇਹ ਵਿਸ਼ਾ ਜਿਹੜਾ ਵਾਧੂ ਜਾਏ, ਕੰਪਲਸਰੀ ਥੋੜ੍ਹਾ। ਅੰਗਰੇਜ਼ੀ ਦਾ ਵਿਸ਼ਾ ਬਹੁਤ ਕੰਪਲਸਰੀ ਹੈ, ਸਰਦਾ ਨਹੀਂ। ਇਸੇ ਤਰ੍ਹਾਂ ਪੰਜਾਬ ਵਾਲਿਆਂ ਦੀ ਪੰਜਾਬੀ ਵੀ ਬਹੁਤ ਜ਼ਰੂਰੀ ਹੈ, ਸਰਦਾ ਨਹੀਂ। ਗੁਰਮਤਿ ਦੇ ਵਿਸ਼ੇ ਦੀ ਕੋਈ ਗੱਲ, ਜੇ 4 ਅੱਖਰ ਕੋਈ ਪੜ੍ਹਾ ਦੇਵੇ ਤਾਂ ਵੀ ਚੰਗੀ ਗੱਲ ਹੈ, ਜੇ ਨਹੀਂ ਪੜ੍ਹਾਉਂਦਾ ਤਾਂ ਵੀ ਕੋਈ ਗੱਲ ਨਹੀਂ, ਕੋਈ ਨੁਕਸਾਨ ਥੋੜ੍ਹਾ ਹੁੰਦਾ। ਗੁਰਮਤਿ ਨਾ ਵੀ ਪੜ੍ਹੀ, ਕਹਿੰਦਾ ਚੱਲ ਜਾਏਗਾ। ਚੱਲ ਕਿੱਥੋਂ ਜਾਣਾ ਲੱਗਣਾ ਤੈਨੂੰ ਬਾਅਦ ਵਿੱਚ ਪਤਾ ਹੈ। ਜਦੋਂ ਜੋ ਕੁਝ ਤੇਰਾ ਕਮਾਇਆ, ਜੋ ਕੁਝ ਤੇਰਾ ਕੀਤਾ, ਤੇਰੇ ਕੰਮ ਨਹੀਂ ਨਾ ਆਉਣਾ, ਫਿਰ ਉਹ ਚੀਜ਼, ਉਹ ਸਬਜੈਕਟ ਜਿਹਨੂੰ ਵਿਸਾਰ ਦਿੱਤਾ ਸੀ, ਜਿਹਨੂੰ ਕਹਿੰਦੇ ਨੇ ਗੁਰਮਤਿ, ਫਿਰ ਉਹਦੀ ਭਾਲ ਕਰਨੀ ਵੀ ਇਹ ਮੈਂ ਕਿਉਂ ਨਹੀਂ ਪੜ੍ਹਿਆ। ਮੈਂ ਸੁੱਖ ਦੇ ਸਾਧਨ ਪ੍ਰਾਪਤ ਕਰਨ ਦੇ ਲਈ, ਸੁੱਖ ਦੇ ਸਾਧਨ ਲੱਭਣ ਦੇ ਲਈ ਮੈਂ ਉੱਚੇ ਉੱਚੇ ਅਹੁਦੇ ਪ੍ਰਾਪਤ ਕੀਤੇ, ਬਹੁਤ ਮੁਸ਼ੱਕਤ ਮਿਹਨਤ ਕੀਤੀ ਵੀ ਆਹ ਕਰਕੇ ਹੋ ਸਕਦਾ ਮੈਨੂੰ ਸੁੱਖ ਮਿਲ ਜਾਏਗਾ, ਪਰ ਸਾਰੀਆਂ ਚੀਜ਼ਾਂ ਤੋਂ ਬਾਅਦ ਮੈਨੂੰ ਸੁੱਖ ਫਿਰ ਵੀ ਨਹੀਂ ਮਿਲ ਰਿਹਾ। ਮੈਨੂੰ ਸਭ ਕੁਝ ਮਿਲਣ ਤੋਂ ਬਾਅਦ ਵੀ ਇਸ ਤਰ੍ਹਾਂ ਲੱਗ ਰਿਹਾ ਵੀ ਅਜੇ ਕੁਝ ਰਹਿੰਦਾ। ਸਭ ਕੁਝ ਪ੍ਰਾਪਤ ਕਰਨ ਤੋਂ ਬਾਅਦ ਵੀ ਤੁਸੀਂ ਦੇਖ ਲੈਣਾ, ਅਸੀਂ ਇਨਸਾਨ ਹਾਂ, ਸਾਨੂੰ ਇਸ ਤਰ੍ਹਾਂ ਲੱਗਿਆ ਰਹਿੰਦਾ ਅਜੇ ਤੱਕ ਕੁਝ ਰਹਿੰਦਾ ਹੈ ਜਿਹੜਾ ਸਾਨੂੰ ਮਿਲਣਾ ਹੈ, ਤੇ ਉਹ ਅਜੇ ਮਿਲਿਆ ਨਹੀਂ, ਜਾਂ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਪੂਰੀ ਵਾਹ ਲਾ ਦਿੱਤੀ, ਪੂਰੀ ਕੋਸ਼ਿਸ਼ ਕਰ ਦਿੱਤੀ, ਪੂਰੇ ਪੈਸੇ ਵੀ ਖਰਚ ਦਿੱਤੇ, ਪੂਰਾ ਜ਼ੋਰ ਵੀ ਲਾ ਦਿੱਤਾ, ਅਜੇ ਮਨ ਵਿੱਚ ਕਿਧਰੇ ਨਾ ਕਿਧਰੇ ਏਦਾਂ ਦੀ ਚੀਜ਼ ਚੱਲਦੀ ਹੈ ਵੀ ਕੋਈ ਚੀਜ਼ ਰਹਿ ਗਈ ਹੈ ਜਿਹੜੀ ਅਜੇ ਤੱਕ ਮੈਨੂੰ ਮਿਲਣੀ ਹੈ। ਉਹ ਕੁਛ ਵੀ ਹੋ ਸਕਦਾ, ਉਹ ਸੰਸਾਰੀ ਪਦਾਰਥ ਵੀ ਹੋ ਸਕਦਾ, ਤੇ ਉਹ ਪਰਮ ਪਿਤਾ ਪਰਮਾਤਮਾ ਵੀ ਹੋ ਸਕਦਾ। ਉਹ ਹੋ ਸਕਦਾ ਕਿਸੇ ਨੂੰ ਇਹ ਮਨ ਵਿੱਚ ਹੋਵੇ ਵੀ ਆਹ ਚੀਜ਼ ਰਹਿੰਦੀ ਹੈ, ਇਹ ਜਦੋਂ ਮਿਲ ਗਈ ਤੇ ਮੇਰਾ ਸਾਰਾ ਕੰਮ ਪੂਰਾ ਹੋ ਜਾਣਾ, ਪਰ ਇਸ ਤਰ੍ਹਾਂ ਨਹੀਂ।
ਜਦੋਂ ਤੱਕ ਪਰਮੇਸ਼ਰ ਰੱਬ ਪਰਮਾਤਮਾ ਨਹੀਂ ਮਿਲਦਾ ਉਦੋਂ ਤੱਕ ਭਾਵੇਂ ਸਾਰਾ ਸੰਸਾਰ ਮਿਲ ਜਾਏ, ਜੋ ਮਰਜ਼ੀ ਮਿਲ ਜਾਏ। ਬਾਣੀ ਵਿੱਚ ਸ਼ੁਰੂ ਵਿੱਚ ਕਹਿ ਦਿੱਤਾ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਜਿੰਨਾ ਮਰਜ਼ੀ ਰਿਜ਼ਕ ਆ ਜਾਵੇ, ਜਿੰਨੀ ਮਰਜ਼ੀ ਬਰਕਤ ਆ ਜਾਵੇ, ਜਿੰਨੇ ਮਰਜ਼ੀ ਪਦਾਰਥ ਆ ਜਾਣ, ਮਹਾਰਾਜ ਜੀ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਸ ਨੂੰ ਸਬਰ ਮਿਲਦਾ। ਜੇ ਸਾਰੇ ਸਬਰ ਤੇ ਸੰਤੋਖੀ ਹੋ ਜਾਣ, ਸੰਸਾਰ ਦੇ ਝਗੜੇ ਨਾ ਮੁੱਕ ਜਾਣ। ਇਹ ਦਾਤ ਵਿਰਲੇ ਨੂੰ ਹੀ ਮਿਲਦੀ ਹੈ। ਬਾਣੀ ਵਿੱਚ ਲਿਖਿਆ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਤ੍ਰਿਸ਼ਨਾ ਸਾਰਿਆਂ ਦੀ ਨਹੀਂ ਮਿਟਦੀ, ਤ੍ਰਿਸ਼ਨਾ ਲੱਗੀ ਰਹਿੰਦੀ ਹੈ। ਤ੍ਰਿਸ਼ਨਾ ਲੱਗੀ ਰਹਿੰਦੀ ਹੈ, ਤ੍ਰਿਸ਼ਨਾ ਨਹੀਂ ਮਿਟਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਰੋਰੇ। ਮਨ ਨਾ ਹੋਰੇ, ਸਭ ਕੁਝ ਪ੍ਰਾਪਤ ਕਰਨ ਤੋਂ ਬਾਅਦ ਵੀ ਤ੍ਰਿਸ਼ਨਾ ਜਿਹੜੀ ਹੈ ਉਹ ਲੱਗੀ ਰਹਿੰਦੀ ਹੈ। ਇਸ ਕਰਕੇ ਮਨ ਵਿੱਚ ਕਦੇ ਨਾ ਕਦੇ ਕੁਝ ਨਾ ਕੁਝ ਚੱਲਦਾ ਰਹਿੰਦਾ ਹੈ ਕਿ ਇਹ ਚੀਜ਼ ਮੈਨੂੰ ਮਿਲ ਜਾਏ। ਸੋ ਅਸੀਂ ਵਿਚਾਰ ਦੀ ਆਰੰਭਤਾ ਕੀਤੀ ਹੈ, ਕੁਝ ਨਾ ਕੁਝ ਮਨ ਵਿੱਚ ਰਹਿੰਦਾ ਹੈ ਵੀ ਆਹ ਚੀਜ਼ ਜਿਹੜੀ ਹੈ ਬਾਕੀ ਅਜੇ ਰਹਿੰਦੀ ਹੈ। ਤੇ ਫਿਰ ਅੱਜ ਕੱਲ੍ਹ ਕਰਦੇ ਹਾਂ ਕਾਲ ਵਿਆਪੇ, ਉਹ ਦਿਨ ਆ ਜਾਂਦਾ ਹੈ ਜਿਸ ਦਿਨ ਅਸੀਂ ਇਸ ਜਗ ਤੋਂ ਤੁਰਨਾ ਤੇ ਉਹ ਚੀਜ਼ਾਂ ਵਿਚੇ ਰਹਿ ਜਾਂਦੀਆਂ ਹਨ ਜਿਨ੍ਹਾਂ ਦੀ ਅੰਦਰ ਖਿੱਚ ਹੁੰਦੀ ਹੈ ਪ੍ਰਾਪਤੀ ਦੇ ਲਈ, ਉਹ ਚੀਜ਼ਾਂ ਅਜੇ ਬਾਕੀ ਰਹਿੰਦੀਆਂ ਹਨ। ਇਸ ਕਰਕੇ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਸ਼ਿਕਵਾ, ਕੋਈ ਕਿਸੇ ਕਿਸਮ ਦਾ ਕੋਈ ਫਿਕਰ, ਕੋਈ ਤਮੰਨਾ ਰਹਿ ਨਾ ਜਾਏ। ਇਸ ਲਈ ਹਰ ਕੋ ਨਾਮ ਜਪਤ ਹੋਏ ਸੁਖੀਆ। ਇਸ ਕਰਕੇ ਹੀ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਸੁਣਨਾ, ਪਰਮੇਸ਼ਰ ਦਾ ਨਾਮ ਜਪਣਾ, ਤਾਂ ਜੋ ਤੈਨੂੰ ਸਬਰ ਮਿਲ ਜਾਏ, ਸੁੱਖ ਮਿਲ ਜਾਏ, ਖੁਸ਼ੀ ਮਿਲ ਜਾਏ। ਸੋ ਇਸੇ ਕਰਕੇ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਕੋਲ ਆਉਂਦੇ ਹਾਂ, ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ ਤੇ ਸਾਨੂੰ ਗੁਰੂ ਤੋਂ ਬਹੁਤ ਪਿਆਰੀ ਸਿੱਖਿਆ ਮਿਲਦੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਜੀਵਨ ਜਿਉਣਾ ਕਿਵੇਂ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ। ਔਰ ਲੜੀਵਾਰ ਸ਼ਬਦ ਦੀ ਜੋ ਵਿਚਾਰ ਹੈ ਆਰੰਭ ਕਰਦੇ ਹਾਂ। ਸ਼ਬਦ ਦੀ ਆਰੰਭਤਾ ਹੋਈ ਹੈ, ਚੌਥੇ ਪਾਤਸ਼ਾਹ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 312 ਦੇ ਉੱਪਰ ਅੰਕਿਤ ਹੈ। ਸਤਿਗੁਰ ਪੁਰਖ ਅਗੰਮ ਹੈ, ਜਿਸ ਅੰਦਰ ਹਰ ਉਹ ਧਾਰਿਆ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਜਿਹੜਾ ਸਤਿਗੁਰ ਹੈ ਉਹ ਅਗੰਮ ਹੈ ਜਾਂ ਅਗੰਮੀ ਹੈ, ਮਤਲਬ ਪਹੁੰਚ ਤੋਂ ਪਰੇ। ਜੇ ਅਸੀਂ ਇਹ ਕਹਿ ਦਈਏ ਪ੍ਰਮਾਤਮਾ ਪਹੁੰਚ ਤੋਂ ਪਰੇ ਹੈ ਤਾਂ ਫਿਰ ਛੱਡੋ ਪਰਾਂ, ਫਿਰ ਐਵੇਂ ਕਦੇ ਤੁਰੇ ਫਿਰਦੇ ਜੇ ਪਹੁੰਚ ਤੋਂ ਹੀ ਪਰੇ ਹੈ। ਮਤਲਬ ਅਕਲਾਂ ਵਾਲਿਆਂ ਦੀ ਪਹੁੰਚ ਤੋਂ ਪਰੇ, ਸ਼ਰਧਾ ਤੇ ਪ੍ਰੇਮ ਵਾਲਿਆਂ ਦੀ ਪਹੁੰਚ ਤੋਂ ਪਰੇ ਨਹੀਂ ਹੈ। ਦੁਕਾਲਨ ਪਰਨਾਸੀ ਗਿਆਨ ਸਰੂਪੇ ਸਦਾ ਮੈਂ ਸੰਗੇ ਭੰਗ ਹੋਵੇ ਪੁੱਤੇ, ਇਹ ਗਾਵੇ ਕੋ ਜਪੇ ਦਿਸੇ ਦੂਰ, ਗਾਵੇ ਕੋ ਵੇਖੇ ਹਾਜ਼ਰਾ ਦੂਰ। ਅਹੰਕਾਰ ਵਾਲੇ, ਮੈਂ ਮੇਰੀ ਵਾਲੇ, ਬਹੁਤੇ ਆਪਣੇ ਆਪ ਨੂੰ ਸਿਆਣੇ ਜਾਂ ਬੁੱਧੀਮਾਨ ਅਖਵਾਉਣ ਵਾਲੇ, ਉਹਨਾਂ ਦੀ ਪਹੁੰਚ ਤੋਂ ਤੇ ਪਰਮੇਸ਼ਰ ਰੱਬ ਪਰੇ ਹੀ ਹੈ। ਪਰ ਜਿਹੜੇ ਉਹਦੇ ਪ੍ਰੇਮੀ ਹਨ, ਜਿਹੜੇ ਉਹਦੇ ਪਿਆਰੇ ਹਨ, ਜਿਹੜੇ ਉਹਨੂੰ ਬਹੁਤ ਅੰਦਰੋਂ ਜ਼ਿਆਦਾ ਚਾਹੁੰਦੇ ਹਨ, ਉਹਨਾਂ ਦੀ ਪਹੁੰਚ ਵਿੱਚ ਹੈ ਪ੍ਰੇਮ ਬੰਧਨ ਤੋਂ ਬੰਦ। ਜਿਨ੍ਹਾਂ ਦੇ ਕੋਲ ਪ੍ਰੇਮ ਹੈ ਉਹਨਾਂ ਨੇ ਪਰਮੇਸ਼ਰ ਨੂੰ ਪ੍ਰੇਮ ਦੇ ਬੰਧਨਾਂ ਵਿੱਚ ਡੱਕ ਲਿਆ, ਬੰਨ੍ਹ ਲਿਆ। ਪਰਮੇਸ਼ਰ ਸਾਡੀ ਪਹੁੰਚ ਤੋਂ ਪਰੇ ਹੈ, ਦੂਰ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜਦੋਂ ਗੁਰਮੁਖ ਵਾਲੀ ਅਵਸਥਾ ਬਣਦੀ ਹੈ, ਸਤਿਪੁਰਖ ਵਾਲੀ ਅਵਸਥਾ ਬਣਦੀ ਹੈ, ਫਿਰ ਉਹ ਕਹਿੰਦਾ ਜਹ ਜਹ ਦੇਖਾਂ ਤਹ ਤਹ ਤੂੰ ਹੈ।
फिर वो कहता नहीं तू मेरे तो दूर। सतगुर पुरख अगम, इन्नी छेती नहीं भी छेती है भी दुकान खुल गई तो जाके सौदा लाया हो, इन्नी छेती नहीं, इन्ना सुखाला नहीं। सानू कोई सौदा चाहिए झट दुकान खोलती है तो उतों पैसे दे के ले आने, पर परमात्मा इस तरह नहीं मिलता कि बड़ी छेती नाल जाके भी परमात्मा नूं मिले आओ या ले आओ, इस तरह नहीं। साडी पहुंच तो बाहर जिथे साडियां दौलतां जीरो हो जांदियां हन, जदों साडी अकल जीरो हो जाती है, मतलब अकल चाहिए है, मतलब ये नहीं कोई अकल तो बगैर ही तुरिया फिरे, मतलब जी अकल अपने गुरु नूं दिखाउणी है जदों जीरो हो जाती है, जी अपनी कोई भी किसी किस्म की ताकत है, रुतबा है, पदवी है, धन है, प्रभुता है, ये जो सारी बिल्कुल जीरो हो जाती है, मतलब बंदा अंदरों खाली बिल्कुल हो जाता है, साफ हो जाता है। भांडा धोए बैस धूप देवो तो दूधे को जाओ। फिर महाराज जी वो बहुत कीमती वस्तु, उसनों सबर भी कह सकते हैं, संतोख कह सकते हैं, उसनों उच्चे सुच्चा जीवन कह सकते हैं, उसनों बंदगी सेवा ये सब कुछ कह सकते हैं। इस दे उस हिरदे रूपी भांडे में कीमती वस्तु महाराज जी पाउनी शुरू कर देंगे ने, हौली 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 भर जाती है बाल्टी, ध्यान देना, हौली हौली भर जाती है बाल्टी। जे वो कुछ पैंदा रहे तो हौली हौली घट जाता है भांडे के विचों वो समान, जे वो सब कुछ निकलता रहे तो मुड़ पवे बरकत फिर चली जाती। इस करके हिरदे रूपी भांडे में नाम रूपी वस्तु सेवा सिमरन ये आता रहना चाहिए, फिर बरकत बनिया रहन। जदों कोई इस चीज़ को छड़ देना, ध्यान देना, जदों कोई छड़ दिंदा तो फिर वो जिंदगी दे विचों सारियां ही बरकत जानियां शुरू हो जांदियां हन। इसलिए गुरु महाराज जी की प्यारी पंक्ति नूं श्रवण करिए। सतगुर पुरख अगम है जिस अंदर हर गुण धारिया। सतगुरु के हिरदे दे विच प्रभु परमात्मा प्रोया होया, प्रोया होया, अंदर प्रोया। सो इस करके ही सतगुरु नूं सच्चा पातशाह कहते हैं, क्योंकि सतगुरु जी नानक के घर केवल नाम, उन्होंने कोल केवल नाम ही है। गुरु नानक की गल कर लीए, किसी भगत की गल कर लीए, उन्होंने कोल की है, वो कभी नहीं कहते गुरु नानक महाराज जी ने मरबियां का मालक है, या गुरु गोबिंद सिंह महाराज जी के बारे, गुरु तेग बहादुर महाराज जी के बारे कभी भी किसी ने नहीं कहा उन्होंने को इन्नी जमीन सी आनंदपुर साहब, इन्ने किले सी, आ एकड़ इन्नी फसल निकलती, कोई इदा की गल कभी की नहीं। दुनियावी पदार्थों वस्तुओं का जिक्र जिहड़ा है वो नहीं आया। जे किसी ने अपनी मर्जी नाल कीता वखरी गल है। जदों भी गुरुआं की गल चली, जदों भी भगतां की गल चली, सेवा ते सिमरन की गल चली, उन्हां दे कोल बंदगी सेवा सिमरन परोपकारी जीवन ते लोकां दा भला किन्ना को कीता, ये गल्लां विचारियां जांदियां हन। जदों गुरुआं दे जीवन पढ़दे हाँ, भगत नामदेव जी का जीवन पढ़दे, कदी तुहानूं मैं दस्सिआ उन्हां दी पैली किन्नी सी, उन्होंने किन्ने कोठे बनाए सी, 3 चवारे सी, 1 सी, 2 सी, 1 नहीं सी, कदी गल होई नहीं। आम साडे लोकां दे विच ये गल्लां चलदियां जी, उहदे कोल इन्ने किले ने, उहदा घर एडा वड्डा जी, उन्होंने कोल इन्ने प्लाट है, उन्होंने कोल इन्नियां गड्डियां, इहदे करके लोग एक दूजे तो इंप्रैस होंदे ने। पर गुरमत के अनुसार ये चीज़ां इंप्रैस करने वालियां नहीं, ये अंदर अग बालन वालियां हन। ये अंदर होर तृष्णा या हरक भावना जिहड़ी है वो पैदा करने वालियां हन। दूसरे की चढ़ती कला नूं कोई जल जाए तो गुरमुख प्यारा ही हुंदा। मैं तुसीं असीं सारे थोड़ो किसी की चढ़ती कला, किसी नूं अमीर हो के देखना जल जावांगे, साडे वास नहीं। असीं कोई होर सोचण लग पवांगे। ये गुरमुख प्यारा ही हो सकता जिहड़ा इस चीज़ वाल ध्यान नहीं दिंदा, वो ये चीज़ लभदा है किसी कोलों मैनूं नाम रूपी धन, कोई चंगी चीज़, कोई चंगा गुण मिल जाए, वो उस गल की गल
करता है ਜਾਂ ਸਾਂਝ ਪਾਉਂਦਾ ਉਹ ਕਿਸੇ ਕੋਲ ਥੋੜਾ ਕਿਸੇ ਕੋਲ ਬਹੁਤਾ ਉਹਨੂੰ ਕੀ ਲੱਗੇ। ਉਹ ਆਪਣੇ ਘਰ ਰਾਜੀ, ਅਸੀਂ ਆਪਣੇ ਘਰ ਰਾਜੀ, ਕਿਸੇ ਦੇ ਜ਼ਿਆਦਾ ਪੈਸੇ ਤੋਂ ਕੀ ਲੈਣਾ, ਕਿਸੇ ਦੇ ਸੋਹਣੇ ਵੱਡੇ ਘਰ ਗੱਡੀਆਂ ਤੋਂ ਅਸੀਂ ਕੀ ਲੈਣਾ, ਕਿਸੇ ਦੀ ਪ੍ਰਾਪਰਟੀ 100 ਏਕੜ ਹੋਵੇ, ਜਿੰਨੀਆਂ ਮਰਜ਼ੀ ਮਿਲਾਂ ਫੈਕਟਰੀਆਂ ਹੋਣ, ਅਸੀਂ ਗਰੀਬ ਕਿਸੇ ਨੇ ਕੀ ਲੈਣਾ। ਸਭ ਨੇ ਆਪਣਾ ਆਪਣਾ ਕਮਾਉਣਾ ਤੇ ਸਭ ਨੇ ਆਪਣਾ ਆਪਣਾ ਖਾਣਾ, ਪਰ ਸਰਕਾਰ ਇੱਕ ਦੂਜੇ ਦਾ ਜ਼ਰੂਰ ਕਰਨਾ, ਇਹ ਸਾਡੇ ਗੁਰੂ ਵੱਲੋਂ ਹੁਕਮ ਹੈ। ਸੋ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹਨ, ਸਤਿਗੁਰੂ ਨੂੰ ਆਪੜ ਕੋਈ ਨਾ ਸਕਈ ਜਿਸ ਵੱਲ ਸਿਰਜਣਹਾਰੇ। ਆਪੜ ਦਾ ਮਤਲਬ ਇੱਥੇ ਹੈ ਵੀ ਉਹਨਾਂ ਦੀ ਕੋਈ ਬਰਾਬਰੀ। ਸਤਿਗੁਰੂ ਦੀ ਮੈਂ ਜਿਵੇਂ ਪਹਿਲਾਂ ਬੇਨਤੀ ਕੀਤੀ ਹੈ, ਅਮੀਰੀ ਦੇ ਨਾਲ ਗੁਰੂ ਨੂੰ ਕੋਈ ਤੋਲਿਆ ਨਹੀਂ ਜਾ ਸਕਦਾ। ਗੁਰੂ ਕਿੰਨਾ ਕੁ ਅਮੀਰ, ਭਗਤ ਹਮੇਸ਼ਾ ਆਰਥਿਕ ਪੱਖੋਂ ਗਰੀਬ ਹੀ ਰਹੇ, ਬਹੁਤੇ ਅਮੀਰ ਹੁੰਦੇ। ਉਸ ਸਮੇਂ ਦੇ ਰਾਜੇ ਤਾਂ ਬਹੁਤ ਅਮੀਰ ਹੁੰਦੇ ਸਨ, ਪਰ ਗੁਰਬਾਣੀ ਦੇ ਵਿੱਚ ਫਿਰ ਵੀ ਲਿਖਿਆ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਗੁਰੂ ਦੇ ਬਰਾਬਰ ਕੋਈ ਨਹੀਂ ਹੋ ਸਕਦਾ, ਉਹਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਚਾਹੇ ਕੋਈ ਬਾਦਸ਼ਾਹ ਕਿਉਂ ਨਾ ਹੋਵੇ, ਚਾਹੇ ਸਮੇਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਮੇਂ ਔਰੰਗਜ਼ੇਬ ਕਿਉਂ ਨਾ ਹੋਵੇ, ਚਾਹੇ ਬਾਬਰ ਕਿਉਂ ਨਾ ਹੋਵੇ ਗੁਰੂ ਮਹਾਰਾਜ ਜੀ ਦੇ ਸਮੇਂ, ਗੁਰੂ ਨਾਨਕ ਪਾਤਸ਼ਾਹ ਦੇ ਸਮੇਂ, ਚਾਹੇ ਜਹਾਂਗੀਰ ਕਿਉਂ ਨਾ ਹੋਵੇ ਗੁਰੂ ਅਰਜਨ ਸਾਹਿਬ ਦੇ ਸਮੇਂ, ਚਾਹੇ ਬਾਦਸ਼ਾਹ ਸ਼ਾਹਜਹਾਂ ਕਿਉਂ ਨਾ ਹੋਵੇ, ਹੋਰ ਕਿਉਂ ਨਾ ਹੋਣ, ਕੋਈ ਵੀ ਸਾਡੇ ਗੁਰੂਆਂ ਦੀ ਪੀਰਾਂ ਦੀ ਬਰਾਬਰੀ ਨਹੀਂ ਕਰ ਸਕਿਆ। ਇਸ ਕਰਕੇ ਇਹ ਪੰਕਤੀ ਇੱਥੇ ਲਾ ਦਿੰਦੇ ਹਾਂ, ਪੜ੍ਹ ਲੈਂਦੇ ਹਾਂ ਵੀ ਕੌਣ ਵੱਡਾ। ਮਾਇਆ ਵਡਿਆਈ ਸੋ ਵੱਡਾ ਜਿਹੜਾ ਰਾਮਲੀਲਾਈ ਵੱਡਾ ਉਹ ਹੈ ਜਿਹੜਾ ਆਪਣੇ ਮਾਲਕ ਨੂੰ ਭਾਉਂਦਾ, ਜਿਹੜਾ ਆਪਣੇ ਵਾਹਿਗੁਰੂ ਸਤਿਗੁਰੂ ਨੂੰ ਚੰਗਾ ਲੱਗਦਾ, ਉਹੀ ਵੱਡਾ। ਉਹ ਭਾਈ ਲਾਲੋ ਹੈ, ਮਲਕ ਭਾਗੋ ਨਹੀਂ, ਉਹ ਭਾਈ ਲਾਲੋ ਹੀ ਹੈ, ਮਲਕ ਭਾਗੋ ਨਹੀਂ। ਇਸ ਕਰਕੇ ਸਤਿਗੁਰੂ ਨੂੰ ਆਪੜ ਕੋ ਨਾ ਸਕਈ ਜਿਸ ਵੱਲ ਸਿਰਜਣਹਾਰਿਆ, ਕਿਉਂਕਿ ਗੁਰੂ ਦੇ ਵੱਲ ਪਰਮ ਪਿਤਾ ਪਰਮਾਤਮਾ ਵੈਸੇ ਰੂਪ ਇੱਕੋ ਹੀ ਹੈ। ਗੁਰ ਪਰਮੇਸ਼ਰ ਇੱਕੋ ਜਾਨ ਜੋ ਤਿਸ ਭਾਵੈ ਸੋ ਪ੍ਰਵਾਨ। ਗੁਰੂ ਤੇ ਪਰਮੇਸ਼ਰ ਵਿੱਚ ਫਰਕ ਕੋਈ ਨਹੀਂ, ਪਰ ਪਹਿਲਾਂ ਜਦ ਕਿਸੇ ਨੂੰ ਗੁਰੂ ਦਾ ਖਿਤਾਬ ਰੁਤਬਾ ਮਿਲਦਾ ਹੈ ਉਹ ਪਰਮੇਸ਼ਰ ਕਰਕੇ ਹੀ ਮਿਲਦਾ, ਫਿਰ ਬਾਅਦ ਵਿੱਚ ਦੋਨਾਂ ਦੀ ਅਭੇਦਤਾ ਇੱਕ ਹੁੰਦੇ ਨੇ। ਸੋ ਪਹਿਲਾਂ ਪਰਮੇਸ਼ਰ ਤੱਕ ਪਹੁੰਚਣਾ ਸਭ ਨੂੰ ਹੀ ਪੈਂਦਾ ਹੈ, ਸਭ ਨੂੰ ਹੀ ਪੈਂਦਾ ਹੈ, ਮਿਹਨਤ ਸਾਰਿਆਂ ਨੂੰ ਕਰਨੀ ਪੈਂਦੀ ਹੈ, ਫਿਰ ਰੁਤਬਾ ਕੀ ਮਿਲਦਾ ਉਹ ਬਾਅਦ ਦੀ ਗੱਲ ਹੈ। ਸੋ ਗੁਰੂ ਮਹਾਰਾਜ ਜੀ ਫਰਮਾਨ ਕਰ ਰਹੇ ਹਨ, ਉਸ ਸਤਿਗੁਰੂ ਨੂੰ ਜਾਂ ਸਤਿਗੁਰ ਦਾ ਪਿਆਰਾ ਵੀ ਅਸੀਂ ਕਹਿ ਸਕਦੇ ਹਾਂ, ਕੋਈ ਹਰ ਕਾ ਸੇਵਕ ਸੋ ਹਰ ਜਿਹਾ, ਉਹਨਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਸੁਣ ਗੱਲਾਂ ਆਕਾਸ਼ ਕੀ ਕੀਟਾ ਰੀਸ ਕੋ, ਕੀੜੀਆਂ ਜਿਹੜੀਆਂ ਨੇ ਉਹ ਬਰਾਬਰੀ ਨਹੀਂ ਕਰ ਸਕਦੀਆਂ। ਸੋ ਇਸ ਲਈ ਸਤਿਗੁਰੂ ਨੂੰ ਆਪੜ ਕੋਈ ਨਾ ਸਕੇ ਜਿਸ ਵੱਲ ਸਿਰਜਣਹਾਰਿਆ। ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਖੜਗ ਮਤਲਬ ਤਲਵਾਰ, ਸੰਜੋ ਦਾ ਮਤਲਬ ਹੁੰਦਾ ਵੀ ਸਰੀਰ ਦੀ ਸੇਫਟੀ ਵਾਸਤੇ, ਜਿਵੇਂ ਕੋਈ ਲੋਹੇ ਦੀ ਪੋਸ਼ਾਕ ਪਾਈ ਹੋਵੇ, ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਸਿਪਾਹੀ ਪਾਉਂਦੇ ਹਨ। ਮਹਾਰਾਜ ਜੀ ਕਹਿੰਦੇ ਨੇ ਗੁਰੂ ਸਤਿਗੁਰ ਜਾਂ ਗੁਰੂ ਸਤਿਗੁਰ ਦਾ ਕੋਈ ਸਿੱਖ ਹੋਵੇ, ਉਹਦੀ ਰੱਖਿਆ ਦਾ ਕਬਜ਼ ਜਿਹੜਾ ਕੀ ਹੈ, ਜਿਵੇਂ ਲੜਾਈ ਕਰਨ ਵਾਲੇ ਆਪਣੇ ਸਰੀਰ ਨੂੰ ਸਾਰੇ ਲੋਹੇ ਦੇ ਕਵਚ ਨਾਲ ਢੱਕ ਲੈਂਦੇ ਨੇ ਵੀ ਅੰਦਰ ਕੋਈ ਤਿੱਖੀ ਚੀਜ਼ ਲੰਘੇ ਨਾ ਲੱਗੇ ਨਾ, ਤੇ ਸਤਿਗੁਰ ਜਾਂ ਸਤਿਗੁਰ ਦੇ ਪਿਆਰੇ ਸਿੱਖ ਦਾ ਕਵਚ ਕੀ ਹੈ। ਸਤਿਗੁਰ ਕਾ ਖੜਗ ਸੰਜੋ ਹਰ ਭਗਤ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਇੱਕ ਤੇ ਮਹਾਰਾਜ ਜੀ ਕਹਿੰਦੇ ਨੇ ਉਹਦੇ ਕੋਲ ਇੱਕ ਤਲਵਾਰ, ਜਿਵੇਂ ਸਾਡੇ ਕੋਲ ਇੱਕ ਮੀਰੀ ਪੀਰੀ ਤੇ ਸੰਤ ਸਿਪਾਹੀ ਦਾ ਖਿਤਾਬ ਗੁਰੂ ਮਹਾਰਾਜ ਨੇ ਸਾਨੂੰ ਦਿੱਤਾ ਹੋਇਆ, ਸਾਡੇ ਕੋਲ ਤਲਵਾਰ ਦਾ ਮਤਲਬ ਕੇਵਲ ਤਲਵਾਰ ਜਾਂ ਜਿਹੜੀ ਲੜਾਈ ਕਰਨ ਵਾਲਾ ਸ਼ਾਸਤਰ ਹੈ ਉਹਨੂੰ ਨਹੀਂ ਕਿਹਾ, ਬਚਨ ਵੀ ਤਲਵਾਰ ਧਿਆਨ ਦੇਣਾ। ਮਨੁੱਖ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਭਗਤੀ ਵਾਲਾ ਕੋਈ ਵੀ ਹੈ, ਉਹਦੇ ਮੁਖ ਦੇ ਵਿੱਚੋਂ ਨਿਕਲਿਆ ਹੋਇਆ ਬਚਨ ਤਲਵਾਰ ਨਾਲੋਂ ਵੀ ਜ਼ਿਆਦਾ ਕੰਮ ਕਰ ਦਿੰਦਾ। ਸਤਿਗੁਰ ਕਾ ਖੜਗ ਸੰਜੋ ਹੈ ਹਰ ਭਗਤ ਹਰ ਹੈ, ਜਿਤ ਕਾਲ ਕੰਟਕ ਮਾਰ ਵਿਡਾਰਿਆ। ਉਹਨਾਂ ਦਾ ਸੰਜੋ, ਉਹਨਾਂ ਦਾ ਕਬਜ਼ ਜਿਹੜਾ ਹੈ ਉਹ ਭਗਤੀ ਹੈ, ਭਗਤੀ ਹੈ।
इस करके वो भगती जिहड़ी है सामने वाले नूं एक तलवार के रूप दे विच बचन जिहड़े ने हर प्रेम बाणी मन मारिया। प्रेम नूं बाण कहंदे ने ते बाण एक शस्त्र के रूप दे विच चलदा। हर प्रेम बाणी मन मारिया नियाले अणिया राम राज। इहदा मतलब जिहड़ा बंदगी वाला पुरख है उसकी रचना चों निकलिया होया एक एक अल्फाज भी बाण वांगू तलवार वांगू जिहड़ा है वो जख्म कर दिंदा है, वो अंदर तक पहुँच जाता है। सो सतगुर का रखनहारा हर आप है, सतगुर कै पिछे हर सब उभारिया। सतगुर का रखा परमात्मा प्रभु वाहिगुरु आप है। जिवें साडे सतगुरु गुरु अर्जन देव महाराज जी ने पंजवीं पातशाह में तसीहे दिते, गुरु तेग बहादुर महाराज जी के सीस ते तलवार चलाई, ते ये सारा कुछ असी इत्थे शब्द वरत सकते हैं भी उन्होंने रखिया की। आप ये भी कह सकते हैं उन्होंने शहीद कर दिता, उन्होंने रखिया किवें कीती? उन्होंने रख लिया। मतलब उन्होंने अंदर जिहड़ा निश्चा दृढ़ इरादा सी धर्म के लिए अपने आप को वारन का, वो महाराज जी ने बड़ा पक्का कर दिता। उन्होंने ताती वाव न लगी पार ब्रह्म सरनाई, चौगिरद हमारे रामकार दुख लगे न भाई, ततियां तवियां ते बैठियां नूं भी ठार दिता। इनू रखना रखना कहंदे ने, रखनहारा रखिया करने वाला। इस तरह रखिया भी अंदरों उन्होंने दर्द ही नहीं होने दिता, उस अवस्था तो उपर लै गए, शरीर तो उपर लै गए महाराज। जब परम पिता परमात्मा गुरु नानक कह दईए साडे पंजवें पातशाह वर्गियां नूं, नवें पातशाह वर्गियां नूं, साडे शहीद सिंह जिहड़े ने उन्होंने शरीरक अवस्था दे उत्तों चुक के इन्हों बहुत उच्चे लै गए। सुरत जिहड़ी है बहुत उच्ची लै गए, उन्होंने पता ही नहीं लगा शरीर की है। जां असीं होर एक छोटी उदाहरण दिंदे हां, जिवें डॉक्टर किसी ने दाड़ कढवानी होवे ते उत्ते टीका ला के सुन्न कर लैंदा ते वो पता ही नहीं लगता कदों दाड़ कढ के हाथ ते रख दित्ती। कई बार कोई रसोली हुंदी, कोई फोड़ा हुंदा, उन्होंने सुन जिहा करके पता ही नहीं लगता कि कदों उसने सही कर दिता। बाद में पता लगता है हौली हौली, जदों वो लाया होया इंजैक्शन वो हौली हौली वो असर घटता है, तो फिर पता लगता है भी ये सुन सी, सुन समाधि आप पढ़ते हैं। शब्द वैसे सुन करता है, शब्द सुन करता है। जे सचमुच शब्द के नाल कोई जुड़ जाए, असीं जुड़े हुए ना, हुण संसार वालों सुन, सानू नहीं पता भी संसार में की हो रहा है, सारा टब्बर की कर रहा है, की करना नहीं। जे ते मन जुड़ गया फिर संसार वालों सुन, फिर कोई परवाह नहीं। तो जे मन नहीं जुड़िया तो फिर वो चीज़ नहीं है, तो फिर शरीर के मन के बाहरी असर साडा है होना ही होना। इस करके गुरु पातशाह जी कहते हैं जिहड़ा सतगुर है, सतगुर का रखनहारा हर आप है, सतगुर पिछे हर सब उबारे। सो सतगुर के पूरनिया ते तुरन वाला कोई भी है, महाराज जी उसनूं बचा के रखता है। सतगुर के पिछे मतलब जिहड़ा सतगुर के पिछे तुरदा जां लगदा है, हर सब उबारे उसनूं परमात्मा बचा लैंदा है, उसकी रखिया कर लैंदा है, जिहड़ा अपने सतगुर दे पाए हुए पूर्णियां ते चलदा। मतलब जिवें गुरु साहब ने सानू एक रहनी रहे सोई सिख मेरा, मतलब रहत मर्यादा दी है। जदों सिख रहत मर्यादा रहनी रहे सोई सिख मेरा वाला जीवन बतीत करदा ते गुरु ओदा राखा, गुरु ओदा सहाई सब कुछ हुंदा रहिंदा। जदों गुरु की आग्या जां रहनी दे विचों ये जबे गए विपरण की रीत पासे होके तुरदा, फिर गुरु पिछे हो जाता। फिर गुरु क्योंकि गुरु ये नाल नहीं तुरेगा। गुरु जो असी गुरु नानक के घर आते हाँ, गुरु साडे नाल है, गुरु मेरे संग सदा है नाल है।
ਅਸੀਂ ਸਾਨੂੰ ਪੈਸੇ ਮਿਲੇ, ਸਾਨੂੰ ਸ਼ਾਮ ਨੂੰ ਮਿਹਨਤ ਕੀਤੀ, ਸ਼ਾਮ ਨੂੰ ਮਾਲਕ ਨੇ ਪੈਸੇ ਦਿੱਤੇ, ਲੈ ਕੇ ਅਸੀਂ ਆਪਣੇ ਘਰ ਨੂੰ ਤੁਰੇ, ਬਹੁਤ ਚੰਗੀ ਗੱਲ ਹੈ। ਆਪਣੀ ਮਾਂ ਨੂੰ ਦਿੱਤੇ, ਬਾਪ ਨੂੰ ਦਿੱਤੇ, ਪਤਨੀ ਨੂੰ ਦਿੱਤੇ, ਬੱਚਿਆਂ ਨੂੰ ਦਿੱਤੇ, ਬਹੁਤ ਚੰਗੀ ਗੱਲ ਹੈ। ਜੇ ਕੀਤੀ ਹੋਈ ਕਮਾਈ ਕੋਈ ਗਲਤ ਪਾਸੇ ਲੈ ਕੇ ਜਾਏ, ਕਿਸੇ ਹੋਰ ਦੇ ਹੱਥ ਜਾਂ ਤਲੀ ਤੇ ਰੱਖ ਲਵੇ, ਇਹ ਸਾਰਾ ਟੱਬਰ ਉਹਦੇ ਖਿਲਾਫ ਹੋ ਜਾਏ। ਪਿਤਾ ਵੀ, ਪਤਨੀ ਵੀ, ਮਾਂ ਵੀ, ਬੱਚੇ ਵੀ ਚੰਗਾ ਨਹੀਂ ਸਮਝਣਗੇ ਵੀ ਸਾਡੀ ਕੀਤੀ ਹੋਈ ਕਮਾਈ ਨੂੰ ਇਹ ਹੋਰ ਪਾਸੇ ਦੇ ਰਿਹਾ ਜਾਂ ਖਰਾਬ ਕਰ ਰਿਹਾ। ਹੁਣ ਇੱਧਰ ਆ ਜਾਈਏ, ਕਿੱਧਰ? ਆਪਣੇ ਘਰ ਵੱਲ। ਸਾਡਾ ਸਰੀਰ, ਸਾਡੇ ਕੋਲ ਜੋ ਕੁਝ ਵੀ ਹੈ, ਇਹ ਸਾਡੇ ਪਿਤਾ ਗੁਰੂ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਇਹ ਕਮਾਈ। ਜਦੋਂ ਸਿੱਖ ਗੁਰੂ ਦਾ ਦਿੱਤਾ ਸੋਹਣਾ ਸਰੀਰ, ਗੁਰੂ ਦਾ ਬਖਸ਼ਿਆ ਹੋਇਆ ਬਾਣਾ ਲੈ ਕੇ ਮੜੀਆਂ ਮਸਾਣਾ ਪੀਰਾਂ ਜਾਂ ਹੋਰ ਗਲਤ ਮਲਤ ਪਾਸੇ ਚੱਲਦਾ, ਗੁਰੂ ਫਿਰ ਕਹਿੰਦਾ ਚੱਲ ਪਿੱਛੇ, ਇਹਨੂੰ ਖਾਣ ਦੇ ਧੱਕੇ, ਇਹਨੂੰ ਆਦਤ ਹੈ ਦਰ। ਬਾਣੀ ਦੇ ਵਿੱਚ ਵੈਸੇ ਕੁੱਕਰ ਦੀ ਉਦਾਹਰਨ ਬਹੁਤ ਦਿੱਤੀ ਹੈ। ਦਰ ਤੇ ਕੌਣ ਜਾਂਦਾ? ਦਰ ਤੇ ਫਿਰਨ ਦੀ ਜਿਹਨੂੰ ਆਦਤ ਹੈ, ਮਹਾਰਾਜ ਜੀ ਕਹਿੰਦੇ ਇਸਨੂੰ ਜਾਣ ਦੇ। ਜੇ ਸੰਗਲੀ ਛਡਾਉਂਦਾ ਹੈ ਨਾ, ਇਹਨੂੰ ਛਡਾਉਣ ਦੇ। ਜਿਹੜਾ ਪਸ਼ੂ ਕਿੱਲਾ ਤੜਾ ਕੇ, ਸੰਗਲ ਤੜਾ ਕੇ ਭਜਦਾ ਤੇ ਕੀ ਖਾਂਦਾ? ਡੰਡੇ। ਉਹਨੂੰ ਹੱਕ ਕੇ ਡੰਡੇ ਮਾਰ ਮਾਰ ਕੇ ਫਿਰ ਉੱਥੇ ਖੁੰਡੇ ਤੇ ਲਿਆਇਆ ਜਾਂਦਾ, ਉਸ ਕਿੱਲੇ ਤੇ। ਤੈਨੂੰ ਪਤਾ ਨਹੀਂ ਤੂੰ ਕਿਹੜੇ ਕਿੱਲੇ ਨਾਲ ਵੱਜਣਾ? ਬਾਣੀ ਪੜ੍ਹ ਲਈ ਹੈ ਕਿਧਰੇ, ਮੈਂ ਆਪਣੇ ਕੋਲੋਂ ਤਾਂ ਨਹੀਂ ਕਹਿੰਦਾ, ਪਤਾ ਲੱਗ ਜਾਏਗਾ। ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ। ਸੰਗਲ ਤੜਾ ਕੇ ਭੱਜਿਆ ਹੋਇਆ ਪਸ਼ੂ, ਮਾਲਕ ਦੌੜਦਾ ਪਿੱਛੇ, ਕਹਿੰਦਾ ਮੇਰਾ ਦੇਖਿਆ ਤਾਂ ਨਹੀਂ, ਪਸ਼ੂ ਇੱਧਰ ਤਾਂ ਨਹੀਂ ਆ ਗਿਆ। ਜਦੋਂ ਮਿਲ ਜਾਂਦਾ ਫਿਰ ਚੰਗਾ ਧਰਦਾ ਉਹਦੇ ਡੰਡੇ, ਮੁੜ ਲਿਆ ਕੇ ਫਿਰ ਨਵਾਂ ਸੰਗਲ ਪੱਕਾ, ਅੱਗੇ ਨਾਲੋਂ ਭਾਰਾ, ਰੱਸਾ ਮੋਟਾ, ਕਿੱਲਾ ਵੀ ਮੋਟਾ ਲਾ ਦਿੰਦਾ, ਇਹਨੂੰ ਪੱਟ ਨਾ ਸਕੇ ਧੱਕੇ ਦੇ ਨਾਲ। ਫਿਰ ਉਹਨੂੰ ਉੱਥੇ ਲਿਆ ਕੇ ਬੰਨ੍ਹ ਦਿੰਦਾ। ਤੇ ਜਿਹੜਾ ਬੇਮੁਖ ਹੋ ਕੇ ਗੁਰੂ ਨਾਨਕ ਦਾ ਘਰ ਛੱਡ ਕੇ ਇੱਧਰ ਉੱਧਰ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਪਹਿਲਾਂ ਇਹਨੂੰ ਚੋਟਾਂ ਖਾ ਲੈਂਦੇ, ਪਹਿਲਾਂ ਇਹਨੂੰ ਡੰਡੇ ਖਾ ਲੈਂਦੇ। ਜਦੋਂ ਹੱਫ ਜਾਂਦਾ ਹੈ ਨਾ ਪਸ਼ੂ, ਫਿਰ ਕਈ ਵਾਰ ਦੌੜਦਾ ਭੱਜਦਾ, ਬਹਿ ਵੀ ਜਾਂਦਾ, ਤੁਸੀਂ ਦੇਖਣਾ ਨਹੀਂ ਦੌੜਿਆ ਜਾਂਦਾ, ਕਿੰਨਾ ਕੁ ਦੌੜੇਗਾ? ਸਰੀਰ ਹੈ, ਥੱਕਣਾ ਤਾਂ ਹੈ ਹੀ। ਤਾਂ ਹੀ ਅਸੀਂ ਪੰਕਤੀ ਪੜ੍ਹੀ ਦੀ, ਫਿਰਦ ਪ੍ਰਭ ਆਇਆ ਪਰਿਆ ਤੋ ਸਭਨ ਆਏ, ਮੈਂ ਦੇਖ ਲਿਆ ਸਭ ਨੂੰ ਭਾਈ। ਮੈਂ ਅੱਕ ਕੇ ਆਇਆ ਹਾਂ, ਥੱਕ ਕੇ ਆਇਆ ਹਾਂ। ਕਿੱਥੋਂ? ਬਹੁਤ ਦੂਰ ਤੋਂ ਮੋਹੇ ਪ੍ਰਦੇਸ਼ਨ ਦੂਰ ਤੇ ਆਈ, ਬੜੀ ਦੂਰ ਤੋਂ ਯਾਤਰਾ ਕਰਕੇ ਹੁਣ ਮੈਂ ਇੱਥੇ ਪਹੁੰਚਿਆ ਹਾਂ। ਇਸ ਕਰਕੇ ਪਰ ਇੱਥੋਂ ਛੱਡ ਕੇ ਹੋਰ ਪਾਸੇ ਨਹੀਂ ਜਾਣਾ। ਸੋ ਇਸ ਕਰਕੇ ਇਹ ਵਿਚਾਰ ਜਿਹੜੀ ਹੈ ਸਾਨੂੰ ਮੰਨਣੀ ਚਾਹੀਦੀ, ਗੌਰ ਧਿਆਨ ਕਰਨਾ ਚਾਹੀਦਾ। ਸਾਡਾ ਘਰ ਕਿਹੜਾ ਹੈ? ਗੁਰੂ ਨਾਨਕ ਦਾ। ਤੇ ਗੁਰੂ ਨਾਨਕ ਦੇ ਘਰ ਵੱਲ ਸਾਨੂੰ ਜਾਣਾ ਚਾਹੀਦਾ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜਨਾ ਚਾਹੀਦਾ। ਸੋ ਅਗਲੀਆਂ ਪੰਕਤੀਆਂ ਆਖਰੀ। ਜੋ ਮੰਦਾ ਚਿਤਵੈ ਪੂਰੇ ਸਤਿਗੁਰ ਕਾ ਸੋ ਆਪ, ਉਹ ਪਾਵਨ ਹਾਰੇ ਮਾਰੇ। ਜਿਹੜਾ ਸਤਿਪੁਰਖ ਦਾ, ਸਤਿਗੁਰ ਦਾ, ਰੱਬ ਦੇ ਬੰਦੇ ਦਾ ਕੋਈ ਬੁਰਾ ਕਰਦਾ, ਜੋ ਮੰਦਾ ਚਿਤਵੇ ਪੂਰੇ ਸਤਿਗੁਰ ਕਾ। ਚਲੋ ਅਸੀਂ ਇਤਿਹਾਸ ਦੀ ਛੋਟੀ ਜਿਹੀ ਗੱਲ ਕਰ ਲੈਂਦੇ ਹਾਂ। ਚੰਦੂ ਨੇ ਮੰਦਾ ਸੋਚਿਆ ਸੀ ਗੁਰੂ ਸਾਹਿਬ ਜਾਂ ਗੁਰੂ ਸਾਹਿਬ ਨਾਲ ਈਰਖਾ ਰੱਖਣ ਵਾਲਿਆਂ, ਗੁਰੂ ਮਹਾਰਾਜ ਜੀ ਬਾਰੇ ਭੈੜਾ ਸੋਚਿਆ ਸੀ। ਉਹਨਾਂ ਦਾ ਨੁਕਸਾਨ ਕਰਨ ਦੇ ਲਈ, ਉਹਨਾਂ ਨੂੰ ਖਤਮ ਕਰਨ ਦੇ ਲਈ ਪਲਾਨ ਬਣਾਇਆ ਸੀ, ਸੋਚਿਆ ਸੀ, ਕੀਤਾ ਵੀ ਸੀ। ਸੋ ਗੁਰੂ ਮਹਾਰਾਜ ਜੀ ਕਹਿੰਦੇ ਫਿਰ ਉਹਦਾ ਕੀ ਹੋਇਆ ਸੀ? ਉਹਨੂੰ ਕਿੱਦਾਂ ਫਿਰ ਮਾਰ ਪਈ ਸੀ? ਚੰਦੂ ਨੂੰ ਕਿੱਦਾਂ ਫਿਰ ਮਾਰ ਪਈ ਸੀ ਤੇ ਕਿੱਦਾਂ ਫਿਰ ਉਹ ਖਤਮ ਹੋਇਆ ਸੀ? ਤੇ ਚਾਹੇ ਕੋਈ ਵੀ ਸੀ, ਜਿਨ੍ਹਾਂ ਨੇ ਵੀ ਗੁਰੂਆਂ ਦੇ ਨਾਲ ਸੁੱਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖਾਂਦੇ। ਜਿਹੜਾ ਸਤਿਪੁਰਖ ਦੇ ਨਾਲ ਖਹਿੰਦਾ
ਜਿਹੜਾ ਰੱਬ ਦੇ ਪਿਆਰੇ ਨੂੰ ਤੰਗ ਕਰਦਾ, ਜਿਹੜਾ ਕਿਸੇ ਬੰਦਗੀ ਵਾਲੇ ਨੂੰ ਐਵੇਂ ਹੀ ਖੱਜਲ ਖੁਆਰ ਕਰਦਾ, ਸੋ ਪਾਤਸ਼ਾਹ ਜੀ ਕਹਿੰਦੇ ਜੋ ਮੰਦਾ ਚਿਤਵੇ ਪੂਰੇ ਸਤਿਗੁਰ ਕਾ ਸੋ ਆਪ ਉਹ ਪਾਵਨ ਹਾਰੇ ਮਾਰਿਆ। ਮਾਰਨ ਦਾ ਮਤਲਬ ਇਹ ਨਹੀਂ ਕਿ ਉਹਦੇ ਸਾਹ ਕੱਢ ਦਿੰਦਾ ਗੁਰੂ, ਇਹ ਵੀ ਨਾ ਸਮਝਣਾ ਕਿ ਉਹਨੂੰ ਤੇ ਮਾਰ ਹੀ ਦੇਣਾ, ਜਾਨੋਂ ਹੀ ਮੁਕਾ ਦੇਣਾ। ਮਾਰਨ ਦਾ ਮਤਲਬ ਐਸੀ ਤਕਲੀਫ, ਐਸਾ ਦੁੱਖ, ਬੰਦਾ ਮੌਤ ਵੀ ਮੰਗਦਾ ਪਰ ਮੌਤ ਆਉਂਦੀ ਨਹੀਂ। ਇਹ ਇੱਕ ਬਹੁਤ ਭੈੜੀ ਮਾਰ ਹੈ, ਬਹੁਤ ਭੈੜੀ ਮੌਤ ਹੈ, ਬਹੁਤ ਭੈੜੀ ਮਾਰ ਹੈ। ਜਿਹੜਾ ਬੰਦਾ ਮਰ ਗਿਆ ਉਹ ਤੇ ਚਲੇ ਗਿਆ ਤੇ ਪਤਾ ਹੀ ਨਹੀਂ ਲੱਗਣਾ। ਜਿਹੜਾ ਕਿਸੇ ਚੀਜ਼ ਲਈ ਤਰਸਣਾ, ਤੜਫਣਾ, ਇਹ ਵੀ ਇੱਕ ਮੌਤ ਹੈ। ਇਹ ਵੀ ਵਿਦਵਾਨਾਂ ਨੇ ਮੌਤ ਲਿਖੀ ਹੈ। ਤੜਫਣਾ ਜਿਹੜਾ ਹੈ ਇਹ ਮੌਤ ਹੁੰਦੀ ਹੈ। ਝੂਰਨਾ ਜਿਹੜਾ ਇਹ ਵੀ ਵੈਸੇ ਮੌਤ ਹੈ। ਈਰਖਾ ਤੇ ਨਫ਼ਰਤ ਇਹ ਵੀ ਵੈਸੇ ਮੌਤ ਹੈ। ਅਲੱਗ ਅਲੱਗ ਇਹਨਾਂ ਦੀ ਇਹ ਪਰਿਭਾਸ਼ਾ ਹੈ। ਇਹਨੂੰ ਮੌਤ ਹੀ ਕਹਿੰਦੇ ਨੇ। ਮਤਲਬ ਜਿਹੜੇ ਔਗਣ ਨੇ ਇਹ ਮੌਤ ਹੈ, ਇਹ ਪਲ ਪਲ ਦੀ ਮੌਤ ਹੈ। ਉਹ ਮੌਤ ਇੱਕ ਵਾਰੀ ਜਦੋਂ ਸਰੀਰ ਨੂੰ ਜਿੰਦ ਛੱਡਦੀ ਉਹ ਤੇ ਹੁੰਦੀ ਹੈ, ਪਰ ਜਿਹੜਾ ਜੀਵਨ ਦੇ ਵਿੱਚ ਤੜਫਣ ਹੈ, ਇਸ ਤੜਫਣਾ ਨੂੰ ਸ਼ਾਂਤ ਤੇ ਕਰਦੀ ਹੈ ਕੇਵਲ ਗੁਰਬਾਣੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਸੋ ਆਪ ਹੀ ਉਹ ਪਾਵਨ ਹਾਰੇ ਮਾਰਿਆ। ਉਹਨੂੰ ਸ਼ਾਂਤੀ ਨਹੀਂ ਆਉਂਦੀ, ਉਹਨੂੰ ਇੰਨੀ ਤੜਫ ਲੱਗਦੀ ਹੈ ਕਿ ਉਹ ਮੌਤ, ਅਸਲੀ ਮੌਤ ਦੀ ਪੁਕਾਰ ਕਰਦਾ, ਪਰ ਉਹ ਵੀ ਨਹੀਂ ਆਉਂਦੀ। ਇਸ ਕਰਕੇ ਮੰਦਾ ਨਹੀਂ ਮਹਾਰਾਜ ਜੀ ਕਹਿੰਦੇ ਕਿਸੇ ਦਾ ਸੋਚਣਾ, ਕਿਸੇ ਦਾ ਕਰਨਾ। ਇਹ ਸਾਨੂੰ ਇਸ ਪੰਕਤੀ ਰਾਹੀਂ ਮਿਲੀ ਹੈ ਸਿੱਖਿਆ। ਜੋ ਮੰਦਾ ਚਿਤ ਹੈ ਪੂਰੇ ਸਤਿਗੁਰ ਕਾ ਸੋ ਆਪ ਹੀ ਪਾਵਨ ਹਾਰੇ ਮਾਰਿਆ। ਵੈਸੇ ਮੰਦੀ ਸੋਚ ਮਨੁੱਖ ਦੇ ਆਪਣੇ ਹੀ ਪਤਨ ਦਾ ਕਾਰਨ ਬਣਦੀ ਹੈ। ਮਨੁੱਖ ਦੇ ਦੁੱਖ ਦਾ ਕਾਰਨ ਦੂਸਰਾ ਨਹੀਂ ਹੈ। ਧਿਆਨ ਦੇਣਾ, ਮਨੁੱਖ ਦੇ ਦੁੱਖ ਦਾ ਕਾਰਨ ਦੂਸਰਾ ਨਹੀਂ ਹੈ, ਮਨੁੱਖ ਦੀ ਆਪਣੀ ਸੋਚ। ਮੇਰਾ ਗੁੱਸਾ, ਮੇਰੀ ਨਫ਼ਰਤ, ਮੇਰੀ ਈਰਖਾ, ਇਸ ਨੇ ਮੈਨੂੰ ਖਰਾਬ ਕੀਤਾ ਜਾਂ ਦੂਸਰੇ ਨੇ? ਮੇਰੇ ਅੰਦਰ ਹੀ ਪੈਦਾ ਹੋਈ ਨਾ। ਇਸ ਨੇ ਹੀ ਮੈਨੂੰ ਪਰੇਸ਼ਾਨ, ਇਸ ਨੇ ਮੈਨੂੰ ਝੋਲਾ ਲਾਇਆ, ਝੂਰਨ ਤੇ ਮਜਬੂਰ ਕੀਤਾ। ਜੇ ਮੈਂ ਆਪਣੇ ਆਪ ਨੂੰ ਗੁਰਬਾਣੀ ਮੁਤਾਬਕ ਪੋਜ਼ਿਟਿਵ ਬਣਾ ਕੇ ਰੱਖਦਾ, ਵਧੀਆ ਸੋਚ ਬਣਾ ਕੇ ਰੱਖਦਾ, ਇਹ ਚੀਜ਼ਾਂ ਨੇ ਮੈਨੂੰ ਪ੍ਰਭਾਵਿਤ ਕਰਨਾ ਹੀ ਨਹੀਂ ਸੀ। ਇਹਦਾ ਮਤਲਬ ਮੈਂ ਖੁਦ ਹੀ ਆਪਣੇ ਦੁੱਖਾਂ ਨੂੰ ਆਪ ਜਨਮ ਦਿੱਤਾ ਹੈ। ਬਾਣੀ ਵਿੱਚ ਲਿਖਿਆ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਕਿਤੇ ਬਾਹਰਲੇ ਕੁਹਾੜੇ ਦੀ ਗੱਲ ਤੋਂ ਕੀਤੀ, ਅਸੀਂ ਜਿਹੜੀਆਂ ਲੱਕੜਾਂ ਵੱਢ ਕੇ ਜਾਂ ਰੋਟੀ ਪਕਾਉਣੀ ਚੁੱਲ੍ਹੇ ਵਿੱਚ, ਅੱਜ ਕੱਲ੍ਹ ਉੱਥੇ ਖਤਮ ਹੋ ਗਿਆ। ਇੱਥੇ ਕੁਹਾੜੇ ਦੀ ਗੱਲ ਉਹ ਹੈ ਵੀ ਆਪਣੀ ਜ਼ੁਬਾਨ ਦੇ ਨਾਲ ਗੰਦਾ ਮਾੜਾ ਬੋਲ ਕੇ ਆਪੇ ਦੁਸ਼ਮਣੀ ਪੈਦਾ ਕਰ ਲਈ। ਇਹ ਕੁਹਾੜਾ ਇੱਦਾਂ ਦਾ, ਜ਼ੁਬਾਨ ਇੱਕ ਕੁਹਾੜਾ ਹੈ। ਜੇ ਜ਼ੁਬਾਨ ਦੇ ਨਾਲ ਕੋਈ ਗਲਤ ਬੋਲਿਆ ਤੇ ਲੱਗ ਗਿਆ ਕੁਹਾੜਾ। ਪਾਏ ਕੁਹਾੜਾ ਮਾਰਿਆ, ਉਹ ਬੰਦਾ ਸਾਡਾ ਕੀ ਬਣ ਗਿਆ? ਦੁਸ਼ਮਣ। ਪਾਏ ਕੁਹਾੜਾ ਮਾਰਿਆ ਗਾਫਲ ਮੂਰਖ ਨੇ ਆਪਣੇ ਹਾਥ, ਆਪਣੇ ਆਪ ਹੀ ਸਾਰਾ ਕੁਝ ਖਰਾਬ ਕਰ ਲਿਆ। ਇਸ ਕਰਕੇ ਜਦੋਂ ਝਗੜਾ ਕੀਤਾ, ਜਦੋਂ ਲੜਾਈ ਕੀਤੀ ਤੇ ਕੀ ਫਿਰ ਹੋਇਆ? ਕੋਈ ਸਾਂਝਾਂ ਪਿਆਰ ਦੀਆਂ ਰਹਿ ਗਈਆਂ, ਸਾਰੀਆਂ ਮਿਟ ਗਈਆਂ। ਤੇ ਫਿਰ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਆਪ। ਦੁੱਖ ਦਾ ਜਨਮ ਰੱਬ ਨੇ ਕੀਤਾ। ਦੁੱਖ ਦਾ ਜਨਮ ਇਸ ਦੀ ਖੁਦ ਦੀ ਸੋਚ ਦੇ ਵਿੱਚੋਂ ਹੋਇਆ। ਇਸ ਕਰਕੇ ਅੱਜ ਜਿੱਥੇ ਅਸੀਂ ਬੈਠੇ ਹਾਂ, ਇੱਥੇ ਇਸ ਸੋਚ ਨੂੰ ਹੀ ਤੇ ਬਦਲਿਆ ਜਾਂਦਾ। ਇੱਥੇ ਸੋਚ ਨੂੰ ਤੇ ਸੋਹਣੀ ਬਣਾਇਆ ਜਾਂਦਾ। ਔਰ ਸੋਹਣਾ ਕੋਈ ਮੈਂ ਸਰੀਰ ਕਰਕੇ ਜਾਂ ਤੁਸੀਂ ਸਰੀਰ ਕਰਕੇ ਰੱਬ ਨਹੀਂ ਪ੍ਰਵਾਨ ਕਰਦਾ। ਸੋਹਣੀ ਸੋਚ ਵਾਲੇ ਨੂੰ ਸੁੱਚਾ ਕਹਿੰਦੇ ਨੇ, ਸੋਹਣੀ ਸੋਚ ਵਾਲੇ ਨੂੰ ਹੀ ਗੁਰਮੁਖ ਕਹਿੰਦੇ ਨੇ, ਸੋਹਣੀ ਸੋਚ ਵਾਲੇ ਨੂੰ ਹੀ ਰੱਬ ਦਾ ਪਿਆਰਾ ਆਖਿਆ ਜਾਂਦਾ ਹੈ। ਇਹ ਗੱਲ ਹੋਵੇ ਹਰ ਦਰਗੇ ਸੱਚੇ ਕੀ, ਜਨ ਨਾਨਕ ਆਗਮ ਵਿਚਾਰਿਆ। ਮਹਾਰਾਜ ਜੀ ਕਹਿੰਦੇ ਇਹ ਜੋ ਕੁਝ ਤੁਹਾਡੇ ਨਾਲ ਵਿਚਾਰ ਕੀਤੇ ਹਨ, ਇਹ ਦਰਗਾਹ ਦੀਆਂ ਗੱਲਾਂ ਹਨ ਤੇ ਦਰਗਾਹ ਦੇ ਵਿੱਚ ਇਹਦਾ ਨਿਆਂ ਹੁੰਦਾ। ਤੇ ਉਹ ਅਗੰਮ ਹਰੀ ਦਾ ਸਿਮਰਨ ਕੀਤੇ ਆ, ਉਸ ਨੂੰ ਯਾਦ ਕੀਤੇ ਆ
उसनूं विचार कीते हैं। महाराज जी कहते ये सारी बरकत आती है, सारी समझ पैंदी है। एक गल होवे हर दरगे सच्चे की जन नानक आगम विचारे। जिसने उस सच्चे की गल की, उसकी विचार की, उसनों ही रब बारे, सच बारे, संसार बारे, निरंकार बारे समझ आएगी जापे। सो इसी अज दे लड़ीवार शब्द की विचार महाराज जी ने मेहर करके सेवा ली है। सो इसका भाव अर्थ साढ़े हृदय विच वसे। शबत का मालक जी भला कर, सब खुशियां तंदुरुस्तियां, अमृत वेला नितनेम की दात अपनी गोद का निघा प्यारा आनंद बख्शन। बुला चुका देखी फतेह बुलाओ जी। वाहिगुरू जी का खालसा, वाहिगुरू जी की फतेह।